ਇਹ ਕਹਾਣੀ ਏ ਅਸਾਮ ਦੇ ਇੱਕ ਪਿੰਡ ਦੀ, ਜਿੱਥੇ ਸੋਨੂ ਨਾਮ ਦਾ ਇੱਕ ਲੜਕਾ ਰਹਿੰਦਾ ਸੀ। ਸੋਨੂ ਦੇ ਪਿਤਾ ਦੀ ਬਚਪਨ ਵਿੱਚ ਹੀ ਮੌਤ ਹੋ ਚੁੱਕੀ ਸੀ। ਸੋਨੂ ਦਾ ਪਾਲਣ ਪੋਸ਼ਣ ਉਸ ਦੀ ਮਾਤਾ ਨੇ ਕੀਤਾ ਸੀ। ਸੋਨੂ ਦੇ ਦੋ ਚਾਚੇ ਸੀ। ਦੋਵੇਂ ਚਾਚੇ ਸੋਨੂ ਤੋਂ ਬਹੁਤ ਜ਼ਿਆਦਾ ਸੜਦੇ ਸੀ। ਇੱਕ ਦਿਨ ਉਹਨਾਂ ਨੇ ਸੋਨੂ ਦੇ ਘਰੋਂ ਉਸ ਦਾ ਬਹੁਤ ਹੀ ਪਿਆਰਾ ਵੱਛਾ ਚੋਰੀ ਕਰ ਲਿਆ ਤੇ ਉਸ ਨੂੰ ਮਾਰ ਦਿੱਤਾ। ਜਦੋਂ ਸੋਨੂ ਨੂੰ ਇਹ ਪਤਾ ਲੱਗਿਆ ਤਾਂ ਉਹ ਬਹੁਤ ਜ਼ਿਆਦਾ ਦੁਖੀ ਹੋਇਆ। ਫਿਰ ਸੋਨੂ ਦੇ ਦਿਮਾਗ ਵਿੱਚ ਇੱਕ ਆਈਡੀਆ ਆਇਆ। ਉਸਨੇ ਆਪਣੇ ਵੱਛੇ ਦਾ ਸਿਰ ਵੱਢ ਕੇ ਉਸਦੇ ਧੜ ਨੂੰ ਦਫਨਾ ਦਿੱਤਾ ਤੇ ਫਿਰ ਨਾਲ ਦੇ ਹੀ ਪਿੰਡ ਵਿੱਚ ਇੱਕ ਪ੍ਰਸਿੱਧ ਬ੍ਰਾਹਮਣ ਦੇ ਘਰ ਵੱਡੇ ਹੋਏ ਸਿਰ ਨੂੰ ਉਹਨਾਂ ਦੇ ਵਿਹੜੇ ਵਿੱਚ ਚੋਰੀ ਛੁਪੇ ਦਬਾ ਦਿੱਤਾ। ਤੇ ਫਿਰ ਸੋਨੂ ਬ੍ਰਾਹਮਣ ਦੇ ਕੋਲ ਜਾ ਕੇ ਬੋਲਿਆ ਕਿ ਤੁਹਾਡੇ ਘਰ ਚੋਂ ਤਾਂ ਗਊ ਮਾਸ ਦੀ ਬਦਬੂ ਆਉਂਦੀ ਹੈ। ਤਾਂ ਫਿਰ ਬ੍ਰਾਹਮਣ ਗਰਜ ਕੇ ਬੋਲਿਆ ਕਿ ਐਸਾ ਅਸੰਭਵ ਹੈ, ਐਸਾ ਕਦੇ ਨਹੀਂ ਹੋ ਸਕਦਾ, ਤੇ ਜੇ ਇਸ ਤਰ੍ਹਾਂ ਹੈ ਤਾਂ ਤੂੰ ਸਾਡੇ ਘਰ ਵਿੱਚੋਂ ਗਊ ਮਾਸ ਲੱਭ ਕੇ ਦਿਖਾ। ਇੰਨਾ ਕਹਿਣ ਦੀ ਦੇਰ ਸੀ, ਸੋਨੂ ਨੇ ਵੱਛੇ ਦਾ ਵੱਢਿਆ ਹੋਇਆ ਸਿਰ ਬ੍ਰਾਹਮਣ ਦੇ ਵਿਹੜੇ ਵਿੱਚੋਂ ਕੱਢ ਕੇ ਉਸਦੇ ਅੱਗੇ ਰੱਖ ਦਿੱਤਾ। ਬ੍ਰਾਹਮਣ ਇਹ ਦੇਖ ਕੇ ਘਬਰਾ ਗਿਆ ਕਿ ਜੇ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਤੇ ਉਹਨਾਂ ਨੇ ਤਾਂ ਸਾਨੂੰ ਬ੍ਰਾਹਮਣ ਜਾਤੀ ਤੋਂ ਬਾਹਰ ਹੀ ਕੱਢ ਦੇਣਾ ਸੀ। ਉਸਨੇ ਸੋਨੂ ਨੂੰ ਇੱਕ ਥੈਲੀ ਦੇ ਵਿੱਚ ਬਹੁਤ ਸਾਰੇ ਪੈਸੇ ਦਿੱਤੇ ਤੇ ਕਿਹਾ ਕਿ ਪਿੰਡ ਵਾਲਿਆਂ ਨੂੰ ਇਸ ਦੇ ਬਾਰੇ ਨਾ ਦੱਸੀ। ਸੋਨੂ ਪੈਸੇ ਲੈ ਕੇ ਘਰ ਆ ਗਿਆ। ਘਰ ਆ ਕੇ ਉਸਨੇ ਉਹ ਪੈਸਿਆਂ ਦੀ ਥੈਲੀ ਆਪਣੇ ਚਾਚਿਆਂ ਨੂੰ ਦਿਖਾਉਂਦੇ ਹੋਏ ਕਿਹਾ ਕਿ ਨਾਲ ਦੇ ਪਿੰਡ ਵਾਲਿਆਂ ਨੇ ਤਾਂ ਮੇਰਾ ਗਊ ਮਾਸ ਬਹੁਤ ਮਹਿੰਗੇ ਮੁੱਲ ਵਿੱਚ ਖਰੀਦ ਲਿਆ ਹੈ। ਉਹ ਲੋਕ ਤਾਂ ਹੋਰ ਵੀ ਮੰਗ ਰਹੇ ਸੀ, ਪਰ ਮੈਂ ਕਿਹਾ ਮੇਰੇ ਕੋਲ ਅੱਜ ਇੰਨਾ ਹੀ ਹੈ, ਮੈਂ ਕੱਲ ਨੂੰ ਹੋਰ ਲੈ ਕੇ ਆਵਾਂਗਾ। ਇਹ ਗੱਲ ਸੁਣ ਕੇ ਚਾਚੇ ਬਹੁਤ ਖੁਸ਼ ਹੋਏ ਤੇ ਉਹਨਾਂ ਦੇ ਮਨ ਵਿੱਚ ਲਾਲਚ ਆ ਗਿਆ ਕਿ ਕਿਉਂ ਨਾ ਅਸੀਂ ਸੋਨੂ ਤੋਂ ਪਹਿਲਾਂ ਗਊ ਮਾਸ ਵੇਚ ਕੇ ਚੰਗੇ ਪੈਸੇ ਵੱਟ ਲਈਏ। ਉਹਨਾਂ ਨੇ ਇਸੇ ਲਾਲਚ ਦੇ ਮਾਰੇ ਆਪਣੀਆਂ ਗਾਵਾਂ ਤੇ ਵੱਛਿਆਂ ਨੂੰ ਮਾਰ ਦਿੱਤਾ ਤੇ ਉਸ ਦਾ ਮਾਸ ਲੈ ਕੇ ਨਾਲ ਦੇ ਪਿੰਡ ਚਲੇ ਗਏ। ਨਾਲ ਦੇ ਪਿੰਡ ਵਾਲਿਆਂ ਨੇ ਜਦੋਂ ਗਊ ਮਾਸ ਉਹਨਾਂ ਦੇ ਹੱਥ ਵਿੱਚ ਵੇਖਿਆ ਤੇ ਫਿਰ ਪਿੰਡ ਵਾਲਿਆਂ ਨੇ ਸੋਨੂ ਦੇ ਚਾਚਿਆਂ ਦੀ ਚੰਗੀ ਧੁਲਾਈ ਕੀਤੀ, ਚੰਗਾ ਮਾਰਿਆ ਪਿੱਟਿਆ। ਫਿਰ ਗੁੱਸੇ ਵਿੱਚ ਆਏ ਸੋਨੂ ਦੇ ਚਾਚਿਆਂ ਨੇ ਸੋਨੂ ਦੀ ਝੌਂਪੜੀ ਨੂੰ ਅੱਗ ਲਗਾ ਦਿੱਤੀ। ਉਸ ਦੀ ਮਾਂ ਤੇ ਸੋਨੂ ਦੋਵੇਂ ਬੇਘਰ ਹੋ ਗਏ ਸੀ। ਮਾਂ ਦੇ ਹੰਝੂ ਦੇਖ ਕੇ ਸੋਨੂ ਤਿਲਮਿਲਾ ਉੱਠਿਆ। ਉਦੋਂ ਹੀ ਫਿਰ ਸੋਨੂ ਨੇ ਆਪਣੀ ਝੌਂਪੜੀ ਦੀ ਰਾਖ ਇਕੱਠੀ ਕੀਤੀ ਤੇ ਉਸ ਨੂੰ ਕਿਸੇ ਹੋਰ ਪਿੰਡ ਵਿੱਚ ਲੈ ਕੇ ਚਲਾ ਗਿਆ। ਉਹ ਪਿੰਡ ਵਿੱਚ ਜਾ ਕੇ ਹੋਕਾ ਦੇਣ ਲੱਗਾ ਕਿ ਲੈ ਲਵੋ ਇਹ ਚਮਤਕਾਰੀ ਸੁਰਮਾ ਲੈ ਲਵੋ, ਇਸ ਨੂੰ ਪਾ ਕੇ ਤੁਹਾਨੂੰ ਗੱਡਿਆ ਹੋਇਆ ਧਨ ਲੱਭ ਜਾਵੇਗਾ। ਜਿਸ ਦਾ ਵਿਆਹ ਨਹੀਂ ਹੁੰਦਾ ਉਸ ਦਾ ਵਿਆਹ ਹੋ ਜਾਵੇਗਾ, ਜਿਸ ਦੇ ਘਰ ਪੁੱਤਰ ਨਹੀਂ ਹੁੰਦਾ ਉਸ ਦੇ ਘਰ ਪੁੱਤਰ ਹੋ ਜਾਵੇਗਾ। ਲੋਕ ਸੋਨੂ ਦੀਆਂ ਗੱਲਾਂ ਵਿੱਚ ਆ ਗਏ ਤੇ ਹੱਥੋਂ ਹੱਥੀ ਉਸ ਦਾ ਇੱਕ ਥੈਲੀ ਸੁਰਮਾ ਵਿਕ ਗਿਆ, ਜਿਸ ਨਾਲ ਉਸ ਕੋਲ ਚੰਗੇ ਪੈਸੇ ਆ ਗਏ ਤੇ ਬਚੀ ਹੋਈ ਰਾਖ ਨੂੰ ਸੋਨੂ ਨੇ ਨਦੀ ਵਿੱਚ ਸੁੱਟ ਦਿੱਤਾ। ਇਸ ਤਰ੍ਹਾਂ ਸੋਨੂ ਨੇ ਪਿੰਡ ਵਾਲਿਆਂ ਨੂੰ ਬੇਵਕੂਫ ਬਣਾ ਕੇ ਸੁਰਮੇ ਤਾਂ ਤੇ ਸਵਾਹ ਵੇਚ ਦਿੱਤੀ ਸੀ। ਤੇ ਉਹ ਪੈਸੇ ਲੈ ਕੇ ਸੋਨੂ ਆਪਣੇ ਚਾਚਿਆਂ ਦੇ ਕੋਲ ਗਿਆ ਤੇ ਜਾ ਕੇ ਦਿਖਾਉਂਦੇ ਹੋਏ ਬੋਲਿਆ ਕਿ ਮੇਰੀ ਤਾਂ ਝੌਂਪੜੀ ਦੀ ਸਾਰੀ ਰਾਖ ਵੀ ਵਿਕ ਗਈ। ਸੋਨੂ ਦੇ ਚਾਚੇ ਨੇ ਹੈਰਾਨ ਹੋ ਕੇ ਪੁੱਛਿਆ ਕਿ ਤੇਰੀ ਰਾਖ ਵੀ ਵਿਕ ਗਈ? ਤਾਂ ਸੋਨੂ ਨੇ ਕਿਹਾ, ਹਾਂ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ। ਨਾਲ ਦੇ ਪਿੰਡ ਵਾਲਿਆਂ ਨੇ ਮੇਰੀ ਝੌਂਪੜੀ ਦੀ ਰਾਖ ਬਹੁਤ ਚੰਗੇ ਮੁੱਲ ਵਿੱਚ ਖਰੀਦ ਲਈ ਹੈ, ਹੁਣ ਮੈਂ ਪੱਕੇ ਘਰ ਪਾ ਸਕਾਂਗਾ। ਸੋਨੂ ਨੇ ਗੱਲਾਂ ਵਿੱਚ ਆਪਣੇ ਚਾਚਿਆਂ ਨੂੰ ਉਹਨਾਂ ਦੀਆਂ ਝੌਂਪੜੀਆਂ ਜਲਾਉਣ ਦੇ ਲਈ ਉਕਸਾਇਆ ਕਿ ਉਹ ਆਪਣੀਆਂ ਝੌਂਪੜੀਆਂ ਸਾੜ ਕੇ ਪਿੰਡ ਵਿੱਚ ਰਾਖ ਵੇਚ ਕੇ ਚੰਗੇ ਪੈਸੇ ਕਮਾ ਲੈਣ। ਤੇ ਇਹ ਵੀ ਕਿਹਾ ਕਿ ਤੁਹਾਡੀਆਂ ਤਾਂ ਝੌਂਪੜੀਆਂ ਵੀ ਵੱਡੀਆਂ ਨੇ ਤੇ ਰਾਖ ਵੀ ਵੱਧ ਬਣੇਗੀ ਤੇ ਉਹਨੇ ਪੈਸੇ ਵੀ ਵੱਧ ਮਿਲਣਗੇ। ਉਸ ਦੇ ਚਾਚੇ ਉਸ ਦੀਆਂ ਗੱਲਾਂ ਵਿੱਚ ਆ ਗਏ। ਉਹਨਾਂ ਨੇ ਆਪਣੀਆਂ ਝੌਂਪੜੀਆਂ ਨੂੰ ਫੂਕ ਦਿੱਤਾ। ਰਾਖ ਦੇ ਥੈਲੇ ਭਰ ਕੇ ਜਦੋਂ ਉਹ ਪਿੰਡ ਜਾਣ ਲੱਗੇ ਤਾਂ ਸੋਨੂ ਨੇ ਕਿਹਾ ਕਿ ਤੁਸੀਂ ਪਿੰਡ ਵਾਲਿਆਂ ਨੂੰ ਕਿਹਾ ਕਿ ਸਾਨੂੰ ਸੁਰਮੇ ਵਾਲੇ ਨੇ ਭੇਜਿਆ ਹੈ। ਜਦੋਂ ਚਾਰੇ ਚਾਚੇ ਰਾਖ ਲੈ ਕੇ ਪਿੰਡ ਵਿੱਚ ਪਹੁੰਚੇ ਤੇ ਜਦੋਂ ਉਹਨਾਂ ਨੇ ਪਿੰਡ ਵਾਲਿਆਂ ਕੋਲੇ ਸੁਰਮੇ ਵਾਲੇ ਦਾ ਨਾਮ ਲਿਆ ਤਾਂ ਪਿੰਡ ਵਾਲੇ ਸਾਰੇ ਇਕੱਠੇ ਹੋ ਗਏ ਤੇ ਉਹਨਾਂ ਨੇ ਚੰਗੀ ਤਰ੍ਹਾਂ ਚਾਚਿਆਂ ਦੀ ਛਿੱਤਰ ਪਰੇਡ ਕੀਤੀ। ਜੁੱਤੀਆਂ ਖਾ ਕੇ ਘਰ ਵਾਪਸ ਆ ਕੇ ਚਾਚੇ ਇੰਨੇ ਗੁੱਸੇ ਵਿੱਚ ਆ ਗਏ, ਉਹਨਾਂ ਨੇ ਸੋਨੂ ਤੇ ਸੋਨੂ ਦੀ ਮਾਂ ਨੂੰ ਮਾਰਨ ਦੀ ਯੋਜਨਾ ਬਣਾ ਲਈ। ਉਹਨਾਂ ਨੇ ਸੋਨੂ ਨੂੰ ਫੜ ਕੇ ਰੱਸੀ ਨਾਲ ਬੰਨ੍ਹ ਲਿਆ ਤੇ ਨਦੀ ਵਿੱਚ ਪੁੱਠਾ ਲਟਕਾ ਦਿੱਤਾ ਤੇ ਫਿਰ ਆਪਣੇ ਘਰ ਖੁਦ ਰੋਟੀ ਖਾਣ ਦੇ ਲਈ ਚਲੇ ਗਏ। ਉਹਨਾਂ ਦੇ ਜਾਂਦੇ ਹੀ ਉਸ ਰਾਹ ਤੋਂ ਇੱਕ ਘੋੜਸਵਾਰ ਗੁਜ਼ਰ ਰਿਹਾ ਸੀ। ਉਸ ਨੂੰ ਪਿਆਸ ਲੱਗੀ ਤਾਂ ਉਹ ਪਾਣੀ ਪੀਣ ਲਈ ਨਦੀ ਦੇ ਕੋਲ ਉਤਰਿਆ। ਉਸਨੇ ਸੋਨੂ ਨੂੰ ਨਦੀ ਵਿੱਚ ਲਟਕਦੇ ਹੋਏ ਦੇਖਿਆ ਤੇ ਕਿਹਾ ਕਿ ਤੇਰੀ ਇਹ ਹਾਲਤ ਕਿਸਨੇ ਕੀਤੀ ਹੈ? ਤੂੰ ਇਸ ਤਰ੍ਹਾਂ ਕਿਉਂ ਲਟਕ ਰਿਹਾ ਹੈ? ਇਸ ਦਾ ਕੀ ਕਾਰਨ ਹੈ? ਤਾਂ ਸੋਨੂ ਨੇ ਕਿਹਾ, ਮੈਂ ਸਭ ਦੱਸਦਾ ਹਾਂ। ਤਾਂ ਸੋਨੂ ਨੇ ਆਪਣੇ ਕੋਲ ਗੱਲ ਬਣਾਉਂਦੇ ਹੋਏ ਰਾਹਗੀਰ ਨੂੰ ਦੱਸਿਆ ਕਿ ਮੇਰੇ ਚਾਚੇ ਮੇਰਾ ਇੱਕ ਖੂਬਸੂਰਤ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ। ਮੇਰੇ ਮਨਾ ਕਰਨ ਤੇ ਵੀ ਉਹ ਨਹੀਂ ਮੰਨ ਰਹੇ, ਇਸ ਲਈ ਉਹਨਾਂ ਨੇ ਮੈਨੂੰ ਹਾਂ ਕਰਵਾਉਣ ਦੇ ਲਈ ਜਾਣਬੁੱਝ ਕੇ ਪੁੱਠਾ ਲਟਕਾ ਦਿੱਤਾ ਹੈ। ਰਾਹਗੀਰ ਬੋਲਿਆ ਕਿ ਮੈਂ ਕਰਵਾ ਲੈਂਦਾ ਹਾਂ ਉਸ ਸੁੰਦਰ ਲੜਕੀ ਨਾਲ ਵਿਆਹ, ਕੀ ਇਸ ਤਰ੍ਹਾਂ ਹੋ ਸਕਦਾ ਹੈ? ਸੋਨੂ ਨੇ ਕਿਹਾ, ਹਾਂ ਯਾਰ, ਕਿਉਂ ਨਹੀਂ ਹੋ ਸਕਦਾ, ਤੂੰ ਮੈਨੂੰ ਖੋਲ, ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਹੈ। ਜਿਵੇਂ ਹੀ ਸੋਨੂ ਨੂੰ ਰਾਹਗੀਰ ਨੇ ਖੋਲਿਆ, ਸੋਨੂ ਨੇ ਫਟ ਹੀ ਉਸੇ ਰੱਸੀ ਨਾਲ ਰਾਹਗੀਰ ਨੂੰ ਨਦੀ ਵਿੱਚ ਪੁੱਠਾ ਲਟਕਾ ਦਿੱਤਾ ਤੇ ਉਹਦਾ ਘੋੜਾ ਲੈ ਕੇ ਉੱਥੋਂ ਖੁਦ ਰਫੂ ਚੱਕਰ ਹੋ ਗਿਆ। ਸੋਨੂ ਨੇ ਘਰ ਜਾ ਕੇ ਦੇਖਿਆ ਕਿ ਚਾਚੇ ਖਾ ਪੀ ਕੇ ਲਿਟੇ ਹੋਏ ਸਨ। ਉਹਨਾਂ ਤੋਂ ਆਲਸ ਦੇ ਮਾਰੇ ਉੱਠਿਆ ਨਹੀਂ ਗਿਆ। ਪਿਟਾਈ ਹੋਣ ਦੇ ਕਾਰਨ ਉਹਨਾਂ ਦਾ ਅੰਗ ਦੁਖ ਰਿਹਾ ਸੀ ਤੇ ਫਿਰ ਸੋਨੂ ਦੇ ਚਾਚਾ ਨੇ ਆਪਣੇ ਨੌਕਰ ਨੂੰ ਕਿਹਾ ਕਿ ਜਾ ਸੋਨੂ ਨੂੰ ਨਦੀ ਦੇ ਵਿੱਚ ਸੁੱਟ ਆ, ਸਾਡੇ ਤੋਂ ਉੱਠਿਆ ਨਹੀਂ ਜਾ ਰਿਹਾ। ਤੇ ਨੌਕਰ ਨੂੰ ਹਨੇਰਾ ਹੋਣ ਦੇ ਕਾਰਨ ਪਤਾ ਨਹੀਂ ਲੱਗਿਆ ਤੇ ਉਸਨੇ ਰਾਹਗੀਰ ਨੂੰ ਹੀ ਸੋਨੂ ਦੇ ਭੁਲੇਖੇ ਨਦੀ ਵਿੱਚ ਸੁੱਟ ਦਿੱਤਾ ਤੇ ਰਾਹਗੀਰ ਵਿਚਾਰਾ ਰੌਲਾ ਪਾਉਂਦਾ ਹੀ ਰਹਿ ਗਿਆ। ਤੇ ਫਿਰ ਉਸਨੇ ਆਣ ਕੇ ਚਾਚਿਆਂ ਨੂੰ
ਨੂੰ ਦੱਸਿਆ ਕਿ ਕੰਮ ਹੋ ਗਿਆ ਹੈ ਤੇ ਚਾਚੇ ਮਿਲ ਕੇ ਸੋਨੂ ਦੀ ਮੌਤ ਦੀ ਖੁਸ਼ੀ ਮਨਾਉਣ ਲੱਗੇ। ਸੋਨੂ ਇਹ ਸਭ ਇੱਕ ਦਰਖਤ ਦੇ ਪਿੱਛੇ ਲੁਕ ਕੇ ਦੇਖ ਰਿਹਾ ਸੀ ਤੇ ਫਿਰ ਮੌਕਾ ਪਾ ਕੇ ਘੋੜਾ ਲੈ ਕੇ ਆਪਣੇ ਚਾਚਿਆਂ ਦੇ ਕੋਲ ਚਲਾ ਗਿਆ ਤੇ ਕਹਿਣ ਲੱਗਾ ਕਿ ਮੈਨੂੰ ਤਾਂ ਨੌਕਰ ਨੇ ਗਹਿਰਾ ਧੱਕਾ ਨਹੀਂ ਦਿੱਤਾ, ਇਸ ਲਈ ਮੈਨੂੰ ਸਿਰਫ ਘੋੜਾ ਹੀ ਮਿਲਿਆ ਹੈ। ਜੇਕਰ ਗਹਿਰਾ ਧੱਕਾ ਦਿੰਦਾ ਤਾਂ ਸ਼ਾਇਦ ਮੈਨੂੰ ਬਲਦ ਜਾਂ ਗਾਵਾਂ ਮੱਝਾਂ ਵੀ ਮਿਲ ਜਾਂਦੀਆਂ। ਮੈਂ ਉੱਥੋਂ ਦੇ ਲੋਕਾਂ ਨੂੰ ਕਹਿੰਦੇ ਸੁਣਿਆ ਹੈ ਕਿ ਅੱਜ ਮੱਸਿਆ ਦੀ ਰਾਤ ਹੈ। ਮੱਸਿਆ ਦੀ ਰਾਤ ਵਾਲੇ ਦਿਨ ਨਦੀ ਤੋਂ ਜੋ ਚਾਹੀਏ ਉਹ ਮਿਲ ਜਾਂਦਾ ਹੈ, ਬਸ ਡੁਬਕੀ ਗਹਿਰੀ ਲਾਉਣੀ ਪੈਂਦੀ ਹੈ। ਚਾਚੇ ਫਿਰ ਸੋਨੂ ਦੀਆਂ ਗੱਲਾਂ ਵਿੱਚ ਆ ਗਏ। ਉਹਨਾਂ ਨੇ ਸੋਨੂ ਨੂੰ ਬਹੁਤ ਪਿਆਰ ਦੁਲਾਰ ਤੇ ਚਾਪਲੂਸੀ ਕਰਦੇ ਹੋਏ ਪੁੱਛਿਆ ਕਿ ਸੱਚਮੁੱਚ ਹੀ ਨਦੀ ਵਿੱਚੋਂ ਜੋ ਚਾਹੀਏ ਉਹ ਮਿਲ ਜਾਂਦਾ ਹੈ। ਅਸੀਂ ਜੇ ਨਦੀ ਵਿੱਚ ਡੁਬਕੀ ਲਾਵਾਂਗੇ ਤਾਂ ਸਾਨੂੰ ਪਸ਼ੂ ਮਿਲ ਜਾਣਗੇ। ਤਾਂ ਸੋਨੂ ਨੇ ਕਿਹਾ ਸਿਰਫ ਪਸ਼ੂ ਹੀ ਨਹੀਂ, ਹੀਰੇ ਮੋਤੀ ਜਵਾਹਰਾਤ ਵੀ ਮਿਲ ਜਾਣਗੇ, ਬਸ ਸ਼ਰਤ ਸਿਰਫ ਇਹੀ ਹੈ ਕਿ ਡੁਬਕੀ ਗਹਿਰੀ ਲੱਗਣੀ ਚਾਹੀਦੀ ਹੈ। ਚਾਚੇ ਸੋਨੂ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋਏ। ਉਹਨਾਂ ਨੇ ਆਲਸ ਛੱਡਿਆ ਤੇ ਨਦੀ ਵੱਲ ਨੂੰ ਦੌੜ ਪਏ ਤੇ ਨੌਕਰ ਨੂੰ ਵੀ ਨਾਲ ਲੈ ਕੇ ਚਲੇ ਗਏ। ਨਦੀ ਦੇ ਕਿਨਾਰੇ ਪਹੁੰਚ ਕੇ ਚਾਚਿਆਂ ਨੇ ਨੌਕਰ ਨੂੰ ਕਿਹਾ ਕਿ ਸਾਨੂੰ ਪੂਰੇ ਜ਼ੋਰ ਨਾਲ ਧੱਕਾ ਦੇ ਤਾਂ ਜੋ ਅਸੀਂ ਪਾਣੀ ਵਿੱਚ ਗਹਿਰੇ ਜਾ ਸਕੀਏ ਤੇ ਉੱਥੋਂ ਹੀਰੇ ਜਵਾਹਰਾਤ ਬੇਸ਼ੁਮਾਰ ਧਨ ਲਿਆ ਸਕੀਏ। ਨੌਕਰ ਨੇ ਆਗਿਆ ਦਾ ਪਾਲਣ ਕਰਦੇ ਹੋਏ ਚਾਚਿਆਂ ਨੂੰ ਧੱਕਾ ਦਿੱਤਾ ਤੇ ਫਿਰ ਦੋਵੇਂ ਚਾਚੇ ਨਦੀ ਵਿੱਚ ਡੁੱਬ ਕੇ ਮਰ ਗਏ। ਇਸ ਤਰ੍ਹਾਂ ਸੋਨੂ ਨੂੰ ਆਪਣੇ ਈਰਖਾਵਾਦੀ ਚਾਚਿਆਂ ਤੋਂ ਸਦਾ ਦੇ ਲਈ ਛੁਟਕਾਰਾ ਮਿਲ ਗਿਆ। ਇਸ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਖੁਸ਼ੀ-ਖੁਸ਼ੀ ਜਿਉਣ ਲੱਗਾ। ਸੋ ਦੋਸਤੋ, ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।